Hello my viewers, I'm your host Gurinder Singh and this video is for the beginners who do not know anything about IELTS speaking and for those who are literally confused between introductory and follow-ups part of IELTS speaking. So before beginning, I want to request you that if you are new on my channel, consider subscribing and do not forget to press the bell icon so that you can get the latest updates. सो व्यूअर्स सब तो पहली चीज़ यह आ भी इंट्रोडक्शन ਜਿਹੜੀ IELTS स्पीकिंग ਹੁੰਦੀ ਆ ਇਹ ਕਿੰਨੇ ਟਾਈਮ ਦੀ ਹੁੰਦੀ ਆ IELTS स्पीकिंग ਜਿਹੜੀ ਹੁੰਦੀ ਆ that goes from 10 to 20 minutes 10 ਤੋਂ 20 ਮਿੰਟ ਤੱਕ ਦੀ ਸਪੀਕਿੰਗ ਹੋ ਸਕਦੀ ਆ ਤੇ ਬਹੁਤ ਸਾਰੇ ਸਟੂਡੈਂਟਸ ਦੇ ਮਨ ਦੇ ਵਿੱਚ ਡਾਊਟ ਆ ਵੀ ਜੇ 10 ਮਿੰਟ ਹੋਈ ਤਾਂ ਬੈਂਡ ਘੱਟ ਦੇਣਗੇ ਕਈ ਲੋਕ ਕਹਿੰਦੇ ਵੀ 10 ਮਿੰਟ ਹੋਈ ਜਿੰਨਾ ਘੱਟ ਟਾਈਮ ਦੇਣਗੇ ਤਾਂ ਉਨੇ ਜ਼ਿਆਦਾ ਬੈਂਡ ਸੋ ਇੱਦਾਂ ਦਾ ਕੋਈ ਵੀ ਕ੍ਰਾਈਟੇਰੀਆ ਨਹੀਂ ਹੈਗਾ ਜਿਹੜਾ ਐਗਜ਼ਾਮੀਨਰ ਆ ਉਹਦੀ ਆਪਣੀ ਮਰਜ਼ੀ ਆ ਵੀ ਉਹ 10 ਮਿੰਟ ਵੀ ਸਪੀਕਿੰਗ ਤੁਹਾਡੀ ਇੰਟਰਵਿਊ ਕੰਡਕਟ ਕਰ ਸਕਦਾ 15 ਮਿੰਟ ਵੀ ਕਰ ਸਕਦਾ 20 ਮਿੰਟ ਵੀ ਕਰ ਸਕਦਾ ਠੀਕ ਹੈ ਸੋ ਸੈਕੰਡ ਥਿੰਗ 3 ਪਾਰਟ ਹੁੰਦੇ ਆ IELTS ਸਪੀਕਿੰਗ ਦੇ ਵਿੱਚ ਫਸਟ ਆਫ ਆਲ ਇਜ਼ ਯੋਰ ਸਪੀਕਿੰਗ ਪਾਰਟ 1 ਜਿਹੜੀ ਕਿ ਹੁੰਦੀ ਹੈ ਇੰਟਰੋਡਕਸ਼ਨ ਦੇ ਵਿੱਚ ਕੀ ਹੁੰਦਾ ਇੰਟਰੋਡਕਸ਼ਨ ਦੇ ਵਿੱਚ ਸਿਰਫ ਤੁਹਾਡੇ ਰਿਗਾਰਡਿੰਗ ਕੁਐਸਚਨਸ ਪੁੱਛੇ ਜਾਂਦੇ ਆ ਤੁਹਾਡੇ ਓਪੀਨੀਅਨਸ ਹੁੰਦੇ ਨੇ ਤੁਹਾਡੇ ਬਾਰੇ ਕੁਐਸਚਨਸ ਹੁੰਦੇ ਨੇ ਤੁਹਾਡੇ ਹੋਮ ਟਾਊਨ ਬਾਰੇ ਕੁਐਸਚਨਸ ਹੁੰਦੇ ਨੇ ਫੈਮਿਲੀ ਬਾਰੇ ਹੁੰਦੇ ਨੇ ਠੀਕ ਹੈ ਸੋ ਇਹਦੇ ਵਿੱਚ ਕੁਝ ਵੀ ਐਗਜ਼ੈਜਰੇਟ ਕਰਨ ਦੀ ਲੋੜ ਨਹੀਂ ਹੈਗੀ ਕੋਈ ਵੀ ਵਧਾ ਚੜਾ ਕੇ ਚੀਜ਼ ਜਾਂ ਫੇਕ ਗੱਲ ਦੱਸਣ ਦੀ ਲੋੜ ਨਹੀਂ ਜੇ ਕਿਸੇ ਕੁਐਸਚਨ ਬਾਰੇ ਫੋਰ ਐਗਜ਼ਾਮਪਲ ਜੇ ਤੁਹਾਨੂੰ ਪੁੱਛਿਆ ਗਿਆ ਆਰ ਯੂ ਇੰਟਰਸਟਿਡ ਇਨ ਰੀਡਿੰਗ ਜੇ ਤੁਹਾਨੂੰ ਇੰਟਰਸਟ ਹੈਗਾ ਰੀਡਿੰਗ ਦੇ ਵਿੱਚ ਤਾਂ ਆਪਾਂ ਦੱਸਣਾ ਵੀ ਹਾਂਜੀ ਆਈ ਐਮ ਯੈਸ ਡੈਫੀਨੇਟਲੀ ਆਈ ਐਮ ਇੰਟਰਸਟਿਡ ਇਨ ਰੀਡਿੰਗ ਰੀਸੈਂਟਲੀ ਆਈ ਰੈਡ ਅ ਬੁੱਕ ਨੇਮਡ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਜਿਹੜੇ ਵੀ ਆਨਸਰ ਕਰਨੇ ਆ ਉਹਦਾ ਆਨਸਰ ਵਾਈ ਦਾ ਆਨਸਰ ਜ਼ਰੂਰ ਕਰਨਾ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਕਹਿੰਦੇ ਵੀ ਸਰ ਸਾਨੂੰ ਵਾਈ ਕੁਐਸਚਨ ਪੁੱਛਦੇ ਰਹਿੰਦੇ ਆ ਉਹ ਇਸ ਲਈ ਪੁੱਛਦਾ ਜਦੋਂ ਸਟੂਡੈਂਟ ਇੱਕ ਲਾਈਨ ਦੇ ਵਿੱਚ ਆਨਸਰ ਕਰਦਾ ਜਾਂ ਇੱਕ ਵਰਡ ਦੇ ਵਿੱਚ ਕਈ ਵਾਰੀ ਜਿਵੇਂ ਡੂ ਯੂ ਲਾਈਕ ਰੀਡਿੰਗ ਯੈਸ ਆਈ ਲਾਈਕ ਰੀਡਿੰਗ ਜੇ ਇੰਨਾ ਆਨਸਰ ਕਰਾਂਗੇ ਤਾਂ ਅਗਲਾ ਕੁਐਸਚਨ ਪੁੱਛੂਗਾ ਵਾਈ ਸੋ ਇਸ ਲਈ ਨਾਲ ਹੀ ਆਪਾਂ ਆਨਸਰ ਕਰ ਦੇਣਾ ਯੈਸ ਆਈ ਲਾਈਕ ਟੂ ਰੀਡ ਆਈ ਰੀਸੈਂਟਲੀ ਰੈਡ ਦਿਸ ਬੁੱਕ ਠੀਕ ਹੈ ਇਸ ਤੋਂ ਇਲਾਵਾ ਜੇ ਤੁਸੀਂ ਨੋ ਕਹਿਣਾ ਤੁਸੀਂ ਇੰਟਰਸਟਿਡ ਨਹੀਂ ਹੈਗੇ ਰੀਡਿੰਗ ਦੇ ਵਿੱਚ ਤਾਂ ਆਪਾਂ ਕਹਿ ਦਾਂਗੇ ਨੋ ਆਈ ਐਮ ਨਾਟ ਇੰਟਰਸਟਿਡ ਇਨ ਰੀਡਿੰਗ ਬਿਕੋਜ਼ ਆਈ ਐਮ ਕੀਨ ਟੂਵਰਡਸ ਸਪੋਰਟਸ ਮਾਈ ਫੇਵਰਿਟ ਸਪੋਰਟ ਇਜ਼ ਬਾਸਕਟਬਾਲ ਠੀਕ ਹੈ ਇੰਨਾ ਆਨਸਰ ਆਪਾਂ ਕਰਨਾ ਇੱਕ ਵਰਡ ਦੇ ਵਿੱਚ ਆਨਸਰ ਨਹੀਂ ਕਰਨਾ ਇੱਕ ਸੈਂਟੈਂਸ ਨਾਓ ਸੈਕੰਡ ਥਿੰਗ ਵੀ ਇੰਟਰੋਡਕਟਰੀ ਕੁਐਸਚਨਸ ਦਾ ਆਨਸਰ ਕਿੰਨਾ ਕੁ ਹੋਣਾ ਚਾਹੀਦਾ ਸੋ ਗਾਇਜ਼ ਇੰਟਰੋਡਕਟਰੀ ਕੁਐਸਚਨ ਦਾ ਆਨਸਰ ਤੁਸੀਂ ਸੋਚ ਲਓ ਵੀ ਪੁਆਇੰਟ ਟੂ ਪੁਆਇੰਟ ਆਨਸਰ ਕਰਨਾ ਜਿੰਨੀ ਗੱਲ ਪੁੱਛੀ ਗਈ ਹੈ ਉਦੋਂ ਵੱਧ ਆਨਸਰ ਨਹੀਂ ਕਰਨਾ ਐਗਜ਼ਾਮਪਲਸ ਦੇਣ ਦੀ ਲੋੜ ਨਹੀਂ ਹੈਗੀ ਇੰਟਰੋਡਕਸ਼ਨ ਦੇ ਵਿੱਚ ਠੀਕ ਹੈ ਇਹ ਗੱਲ ਧਿਆਨ 'ਚ ਰੱਖਿਓ ਜਿੰਨਾ ਤੁਸੀਂ ਜ਼ਿਆਦਾ ਬੋਲੋਗੇ ਉਨੀਆਂ ਜ਼ਿਆਦਾ ਮਿਸਟੇਕਸ ਉਨੇ ਬੈਂਡ ਘਟਦੇ ਜਾਣੇ ਆ ਜਿੰਨੀ ਗੱਲ ਪੁੱਛੀ ਗਈ ਆ ਉਨਾ ਹੀ ਆਨਸਰ ਕਰਨਾ ਠੀਕ ਹੈ ਸੈਕੰਡ ਹੁਣ ਕਿਊ ਕਾਰਡ ਤੇ ਆ ਜਾਓ ਕਿਊ ਕਾਰਡ ਦੇ ਵਿੱਚ ਕਿਊ ਕਾਰਡ ਤੋਂ ਪਹਿਲਾਂ ਤੁਹਾਨੂੰ 1 ਮਿੰਟ ਦਾ ਟਾਈਮ ਦਿੱਤਾ ਜਾਂਦਾ ਜਦੋਂ ਤੁਹਾਨੂੰ ਕਾਰਡ ਦੇਣਗੇ ਠੀਕ ਹੈ ਕਾਰਡ ਦੇ ਉੱਤੇ ਕਿਊ ਕਾਰਡ ਲਿਖਿਆ ਹੋਊਗਾ ਕਿਊ ਕਾਰਡ ਕਿਹੜੇ ਟੈਂਸ ਦੇ ਵਿੱਚ ਬੋਲਣਾ ਇਹ ਤੁਹਾਨੂੰ ਕਲੀਅਰ ਹੋ ਜਾਊਗਾ ਕਿਊ ਕਾਰਡ ਦਾ ਜਿਹੜਾ ਤੁਹਾਡਾ ਟੌਪਿਕ ਹੈ ਉਹ ਦੇਖ ਕੇ ਜੇ ਟੌਪਿਕ ਤੋਂ ਨਹੀਂ ਕਲੀਅਰ ਹੁੰਦਾ ਤਾਂ ਟੌਪਿਕ ਦੇ ਜਿਹੜੇ ਸਬ ਟੌਪਿਕਸ ਹੁੰਦੇ ਨੇ ਨੀਚੇ 3 ਕੁਐਸਚਨਸ ਹੁੰਦੇ ਨੇ ਉਹ ਕਿਹੜੇ ਟੈਂਸ ਦੇ ਵਿੱਚ ਨੇ ਬਸ ਉਹ ਦੇਖ ਲਓ ਜਿਹੜੇ ਟੈਂਸ ਦੇ ਵਿੱਚ ਉਹ ਕੁਐਸਚਨ ਨੇ ਉਸੇ ਟੈਂਸ ਦੇ ਵਿੱਚ ਆਨਸਰ ਕਰਨਾ ਠੀਕ ਹੈ ਬਹੁਤ ਜ਼ਿਆਦਾ ਲੰਮਾ ਚੌੜਾ ਕੰਮ ਨਹੀਂ ਹੈ ਬਹੁਤ ਈਜ਼ੀ ਕੰਮ ਹੈ ਠੀਕ ਹੈ ਸੈਕੰਡ ਥਿੰਗ ਬਹੁਤ ਸਾਰੇ ਸਟੂਡੈਂਟਸ ਜਿਹੜਾ 1 ਮਿੰਟ ਦਾ ਟਾਈਮ ਹੁੰਦਾ ਉਹਨੂੰ ਚੰਗੀ ਤਰ੍ਹਾਂ ਯੂਟਿਲਾਈਜ਼ ਨਹੀਂ ਕਰਦੇ ਸੋ ਇਹੀ ਮਿਸਟੇਕ ਆ ਜਿਹਦੇ ਕਰਕੇ ਤੁਹਾਡਾ ਅੱਧਾ ਬੈਂਡ ਇੱਥੇ ਹੀ ਘਟ ਜਾਂਦਾ ਜੇ ਤੁਸੀਂ ਫੁੱਲੀ ਪ੍ਰੀਪੇਅਰਡ ਹੋ ਠੀਕ ਹੈ ਜੇ ਤੁਸੀਂ ਫੁੱਲੀ ਪ੍ਰੀਪੇਅਰਡ ਹੋ ਟੌਪਿਕ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਫਿਰ ਵੀ 1 ਮਿੰਟ ਦਾ ਜੇ ਟੌਪਿਕ 1 ਮਿੰਟ ਦਾ ਜਿਹੜਾ ਟਾਈਮ ਹੈ ਜੇ ਉਹਨੂੰ ਸਹੀ ਤਰ੍ਹਾਂ ਯੂਟਿਲਾਈਜ਼ ਕਰੋਗੇ ਤਾਂ ਤੁਹਾਡਾ ਹਾਫ ਬੈਂਡ ਇਨਕਰੀਜ਼ ਹੋ ਜਾਊਗਾ ਉਹ ਕਿਵੇਂ ਇਹਦਾ ਆਪਣੇ ਕੋਲ ਰੀਜ਼ਨ ਆ ਜੇ ਪੁਆਇੰਟਸ ਲਿਖੇ ਹੋਣਗੇ ਕਈ ਵਾਰੀ ਸਟੂਡੈਂਟ ਕੀ ਕਰਦਾ ਵੀ ਬੋਲਦੇ ਭੁੱਲ ਜਾਂਦਾ ਵੀ ਮੈਂ ਕਿੱਥੋਂ ਬੋਲ ਰਿਹਾ ਸੀਗਾ ਜਾਂ ਕਿਹੜਾ ਵਰਡ ਮੈਂ ਹੁਣ ਅੱਗੇ ਸਟਾਰਟ ਕਰਨਾ ਕਿੱਥੋਂ ਸਟਾਰਟ ਕਰਨਾ ਠੀਕ ਹੈ ਇਹ ਚੀਜ਼ ਹੋ ਜਾਂਦੀ ਆ ਸੈਕੰਡ ਥਿੰਗ ਬਹੁਤ ਸਾਰੇ ਸਟੂਡੈਂਟਸ ਕਹਿੰਦੇ ਆ ਵੀ ਸਟੂਡੈਂਟਸ ਨੂੰ ਰਿਮਾਰਕਸ ਮਿਲਦਾ ਵੀ ਯੋਰ ਫਲੂਐਂਸੀ ਇਜ਼ ਲੋ ਫਲੂਐਂਸੀ ਤੁਹਾਡੀ ਜਦੋਂ ਤੁਸੀਂ ਟੌਪਿਕ ਲਿਖਿਆ ਹੋਊਗਾ ਪੁਆਇੰਟਸ ਲਿਖੇ ਹੋਣਗੇ ਠੀਕ ਹੈ ਜੇ ਕਿਸੇ ਨੇ ਦੇਖਣਾ ਚਾਹੁੰਦਾ ਵੀ ਪੁਆਇੰਟਸ ਕਿਵੇਂ ਆਪਾਂ ਬਣਾਈਦੇ ਆ 1 ਮਿੰਟ ਦੇ ਵਿੱਚ ਕਿਊ ਕਾਰਡ ਕਿਵੇਂ ਪ੍ਰੀਪੇਅਰ ਕਰਨਾ ਤਾਂ ਮੈਂ ਸਾਈਡ ਤੇ ਤੁਹਾਨੂੰ ਲਿੰਕ ਦੇ ਦੂੰਗਾ ਠੀਕ ਹੈ ਉਹਦੇ 'ਚ ਪੂਰਾ ਡਿਟੇਲ ਦੇ ਵਿੱਚ ਦਿਖਾਇਆ ਹੋਇਆ ਵੀ ਆਪਾਂ ਕਿਵੇਂ ਆਪਣਾ ਕਿਊ ਕਾਰਡ ਨੂੰ ਡਿਵੈਲਪ ਕਰੀਦਾ ਠੀਕ ਹੈ ਸੋ ਉਹ 1 ਮਿੰਟ ਦਾ ਟਾਈਮ ਜੇ ਤੁਸੀਂ ਯੂਟਿਲਾਈਜ਼ ਕਰਦੇ ਹੋ ਉਹਦੇ ਨਾਲ ਤੁਹਾਡੀ ਇੱਕ ਤਾਂ ਫਲੂਐਂਸੀ ਡਿਵੈਲਪ ਹੁੰਦੀ ਹੈ ਫਲੂਐਂਸੀ ਵੱਧਦੀ ਹੈ ਠੀਕ ਹੈ ਉਸ ਦਿਨ ਦੀ ਠੀਕ ਹੈ ਫਲੂਐਂਸੀ ਇਨਕਰੀਜ਼ ਹੁੰਦੀ ਹੈ ਸੈਕੰਡ ਕੋਹੈਜ਼ਨ ਐਂਡ ਕੋਹਰੈਂਸ ਮਤਲਬ ਤੁਹਾਡਾ ਜਿਹੜਾ ਕਿਊ ਕਾਰਡ ਹੈ ਉਹ ਆਰਗੇਨਾਈਜ਼ਡ ਰਹਿੰਦਾ ਥਰਡ ਥਿੰਗ ਜੇ ਤੁਸੀਂ ਹੋਰ ਆਪਣੇ ਬੈਂਡ ਨੂੰ ਬੂਸਟ ਕਰਨਾ ਤਾਂ 1 ਮਿੰਟ ਦੇ ਟਾਈਮ ਦੇ ਵਿੱਚ ਤੁਸੀਂ ਉਹ ਜਿਹੜਾ ਤੁਹਾਨੂੰ ਬਲੈਂਕ ਸ਼ੀਟ ਦਿੰਦੇ ਨੇ ਉਹਦੇ ਤੇ ਕੋਈ ਨਾ ਕੋਈ ਈਡੀਅਮ ਲਿਖ ਸਕਦੇ ਹੋ ਜਿਹੜਾ ਤੁਸੀਂ
ਵਿੱਚ ਆਪਣੇ क्यू कार्ड ਦੇ ਵਿੱਚ ਪਾਉਣਾ ਜਾਂ ਲਿੰਕਿੰਗ ਵਰਡਸ ਲਿਖ ਸਕਦੇ ਹੋ। ਠੀਕ ਹੈ, ਜਿਹੜੀ ਚੀਜ਼ ਤੁਹਾਡੀ ਘੱਟ ਹੈ, ਜਿਹੜੀ ਚੀਜ਼ ਵੀਕ ਹੈ, ਉਹ ਉਹਦੇ ਤੇ ਲਿਖ ਸਕਦੇ ਹੋ। ਠੀਕ ਹੈ, ਜਿਹੜਾ ਬਲੈਂਕ ਸ਼ੀਟ ਹੁੰਦੀ ਹੈ ਉਹ ਤੁਹਾਡੀ ਚੈੱਕ ਨਹੀਂ ਹੋਣੀ। ਠੀਕ ਹੈ, ਉਹਦੇ ਤੇ ਚਾਹੇ ਤੁਸੀਂ ਪੰਜਾਬੀ 'ਚ ਲਿਖ ਲਓ, ਉਹਦੇ ਨਾਲ ਬੈਂਡ ਦਾ ਕੋਈ ਇਫੈਕਟ ਨਹੀਂ ਪੈਂਦਾ ਹੈਗਾ। ਬਟ ਹੁਣ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਪੰਜਾਬੀ 'ਚ ਲਿਖ ਲਓ, ਹੁਣ ਜ਼ਰੂਰੀ ਨਹੀਂ ਵੀ ਉੱਥੇ ਜਾ ਕੇ ਪੰਜਾਬੀ 'ਚ ਲਿਖਣ ਲੱਗ ਜਾਓ, ਕਿਤੇ ਕਈ ਵਾਰੀ ਬੰਦਾ ਨਰਵਸਨੈਸ ਪੰਜਾਬੀ ਹੀ ਬੋਲ ਦੋ। ਠੀਕ ਹੈ, ਇੱਕ ਐਗਜ਼ਾਮਪਲ ਦਿੱਤੀ ਆ ਮੈਂ ਵੀ ਉਹ ਚੈੱਕ ਨਹੀਂ ਹੁੰਦੀ ਹੈਗੀ। ਨਾਓ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਾਰਟ ਜਿਹੜਾ ਹੈਗਾ ਸਪੀਕਿੰਗ ਦਾ, ਦੈਟ ਇਜ਼ ਯੋਰ ਫੋਲੋਅਪਸ। ਤੇ ਫੋਲੋਅਪਸ ਹੀ ਇੱਕ ਇਹੋ ਜਿਹਾ ਪਾਰਟ ਹੈ ਜਿਹੜਾ ਕਿ ਸਟੂਡੈਂਟਸ ਸਕਿਪ ਕਰ ਦਿੰਦੇ ਆ, ਉਹਨੂੰ ਪੜ੍ਹਦੇ ਹੀ ਨਹੀਂਗੇ। ਗਾਇਜ਼ ਇੰਟਰੋਡਕਟਰੀ ਕੁਐਸਚਨਸ ਤੁਹਾਡੇ ਬਾਰੇ ਨੇ, ਕਿਊ ਕਾਰਡ ਤੁਹਾਡੇ ਕੋਲ PDF ਆ, ਪਰ ਫੋਲੋਅਪਸ ਐਗਜ਼ੈਕਟਲੀ ਸੇਮ ਨਹੀਂ ਪੁੱਛੇ ਜਾਂਦੇ। ਫੋਲੋਅਪਸ ਕਿਸੇ ਨੂੰ 4 ਪੁੱਛਦੇ ਆ, ਕਿਸੇ ਨੂੰ 15 ਫੋਲੋਅਪਸ ਵੀ ਪੁੱਛ ਲੈਂਦੇ ਨੇ। ਠੀਕ ਹੈ, ਹੁਣ ਇਹਦਾ ਮਤਲਬ ਇੱਥੋਂ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਵੀ 4 ਜੇ ਪੁੱਛੇ ਨੇ ਤਾਂ ਬੈਂਡ ਜ਼ਿਆਦਾ ਦੇਣਗੇ ਜਾਂ ਘੱਟ ਦੇਣਗੇ। ਠੀਕ ਹੈ, ਜੇ 15 ਪੁੱਛੇ ਨੇ ਤਾਂ ਬੈਂਡ ਜ਼ਿਆਦਾ ਜਾਂ ਘੱਟ। ਉਹਨਾਂ ਨੇ ਜਦੋਂ ਤੱਕ ਉਹਨਾਂ ਦੀਆਂ ਜਿਹੜੀਆਂ 5 ਚੀਜ਼ਾਂ ਨੇ, 5 ਫੈਕਟਰ ਨੇ ਜਿਹੜੇ, ਹੁਣ ਜੇ ਕਿਸੇ ਨੂੰ 5 ਫੈਕਟਰ ਨਹੀਂ ਪਤਾ ਵੀ ਕੀ ਨੇ, ਉਹ ਵੀ ਮੈਂ ਕਲੀਅਰ ਕਰ ਦਿੰਦਾ। 5 ਚੀਜ਼ਾਂ ਨੇ ਜਿਹਦੇ ਤੇ ਤੁਹਾਡੀ ਸਪੀਕਿੰਗ ਜੱਜ ਕੀਤੀ ਜਾਣੀ ਹੈ। ਠੀਕ ਹੈ, 5 ਚੀਜ਼ਾਂ ਨੇ। ਸਭ ਤੋਂ ਪਹਿਲੀ ਹੈਗੀ ਆ ਪ੍ਰੋਨਾਂਸੀਏਸ਼ਨ, ਸੈਕਿੰਡ ਤੁਹਾਡੀ ਗ੍ਰਾਮਰ। ਇਹ 2 ਬੇਸਿਕ ਨੇ, ਨੀਹਾਂ ਨੇ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਪ੍ਰੋਨਾਂਸੀਏਸ਼ਨ ਤੇ ਗ੍ਰਾਮਰ। ਗ੍ਰਾਮਰ ਆਪਾਂ ਬਹੁਤ ਜਲਦੀ ਇੰਪਰੂਵ ਕਰ ਸਕਦੇ ਹਾਂ, ਪ੍ਰੋਨਾਂਸੀਏਸ਼ਨ ਨੂੰ ਥੋੜਾ ਜਿਹਾ ਟਾਈਮ ਲੱਗਦਾ, ਪ੍ਰੈਕਟਿਸ ਜ਼ਿਆਦਾ ਚਾਹੀਦੀ ਉਹਦੇ 'ਚ। ਠੀਕ ਹੈ, ਪ੍ਰੋਨਾਂਸੀਏਸ਼ਨ ਪਹਿਲਾ, ਦੂਜੀ ਗ੍ਰਾਮਰ, ਤੀਜੀ ਫਲੂਐਂਸੀ। ਫਲੂਐਂਸੀ ਬਹੁਤ ਸਾਰੇ ਸਟੂਡੈਂਟਸ ਨੂੰ ਡਾਊਟ ਹੁੰਦੀ ਹੈ ਵੀ ਜੇ ਆਪਾਂ ਤੇਜ਼ ਬੋਲੀਏ, ਜਿੰਨਾ ਤੇਜ਼ ਬੋਲੋਗੇ ਉਨੀ ਜ਼ਿਆਦਾ ਕਲੈਰਿਟੀ ਘੱਟ ਜੂਗੀ ਵਰਡਸ ਦੀ। ਸੋ ਨਾਰਮਲ ਸਪੀਡ ਤੇ ਬੋਲੋ, ਜਿੰਨੀ ਕੁ ਤੁਸੀਂ, ਮੈਂ ਤਾਂ ਇਹ ਰਿਕਮੈਂਡ ਕਰਦਾ ਵੀ ਜਿੰਨੀ ਤੁਹਾਡੀ ਨਾਰਮਲ ਸਪੀਡ ਆ, ਤੂੰ ਥੋੜਾ ਜਿਹਾ ਸਲੋ ਹੀ ਬੋਲੋ। ਉਹਦੇ ਨਾਲ ਇੱਕ ਤਾਂ ਤੁਹਾਡੀ ਫਲੂਐਂਸੀ ਇਨਕਰੀਜ਼ ਹੋ ਜੂਗੀ, ਸੈਕਿੰਡ ਵਰਡ ਦੀ ਕਲੈਰਿਟੀ ਵੱਧ ਜੂਗੀ, ਅੱਗੇ ਕੀ ਬੋਲਣਾ ਉਹ ਸੋਚਣ ਦਾ ਜਿਹੜਾ ਆਪਣਾ ਸਿਸਟਮ ਹੈ ਉਹ ਡਿਵੈਲਪ ਹੋਊਗਾ। ਠੀਕ ਹੈ, ਇਹਦੇ ਨਾਲ ਤੁਹਾਡੀ ਫਲੂਐਂਸੀ ਇਨਕਰੀਜ਼ ਹੋ ਜੂਗੀ। ਸੋ ਦੁਬਾਰਾ ਸਟਾਰਟ ਕਰਦੇ ਹਾਂ। 5 ਫੈਕਟਰ ਕਿਹੜੇ ਆ? ਪ੍ਰੋਨਾਂਸੀਏਸ਼ਨ, ਗ੍ਰਾਮਰ, ਫਲੂਐਂਸੀ, ਕੋਹੈਜ਼ਨ ਐਂਡ ਕੋਹਰੈਂਸ। ਕੋਹੈਜ਼ਨ ਐਂਡ ਕੋਹਰੈਂਸ ਕੀ ਹੁੰਦਾ? ਕੋਹੈਜ਼ਨ ਹੁੰਦਾ ਵੀ ਆਪਾਂ ਕਿਵੇਂ ਆਪਣੇ ਆਈਡੀਆਜ਼ ਨੂੰ ਲਿੰਕ ਕਰਦੇ ਹਾਂ, ਕਿੰਨਾ ਆਰਗੇਨਾਈਜ਼ ਆਪਣਾ ਆਨਸਰ। ਠੀਕ ਹੈ, ਉਸ ਚੀਜ਼ ਨੂੰ ਕੋਹੈਜ਼ਨ ਐਂਡ ਕੋਹਰੈਂਸ ਕਿਹਾ ਜਾਂਦਾ। 5th ਆਪਸ਼ਨ ਜਿਹਦੇ ਤੇ ਸਟੂਡੈਂਟ ਸਭ ਤੋਂ ਜ਼ਿਆਦਾ ਫੋਕਸ ਕਰਦੇ ਆ, ਉਹ ਹੈਗਾ ਵੋਕੈਬਲਰੀ, ਜਿਹੜਾ ਕਿ ਬਹੁਤ ਜ਼ਿਆਦਾ ਮੈਟਰ ਨਹੀਂ ਕਰਦੀ। ਠੀਕ ਹੈ, ਇੰਨੀ ਜ਼ਿਆਦਾ ਮੈਟਰ ਨਹੀਂ ਕਰਦੀ, ਸਿਰਫ ਤੁਹਾਡੀ ਜਿਹੜੀ ਪ੍ਰੋਨਾਂਸੀਏਸ਼ਨ ਹੈ ਉਹ ਇਹਦੇ ਵਿੱਚ ਗਲਤ ਹੋ ਜਾਂਦੇ। ਇਸ ਲਈ ਮੈਂ ਰਿਕਮੈਂਡ ਕਰਦਾ ਵੀ ਬਸ ਤੁਹਾਡੀ ਜਿਹੜੀ ਰੈਪੀਟੇਸ਼ਨ ਨਹੀਂ ਹੋਣੀ ਚਾਹੀਦੀ। ਅਦਰਵਾਈਜ਼ ਜਿਹੜੇ ਕਾਮਨ ਵਰਡਸ ਨੇ ਜਿਵੇਂ ਗੁੱਡ, ਮੈਨੀ, ਵੈਰੀ, ਇਹਨਾਂ ਨੂੰ ਅਵੋਇਡ ਕਰੋ। ਠੀਕ ਹੈ, ਇਹਨਾਂ ਦੀ ਥਾਂ ਤੇ ਬਹੁਤ ਸਾਰੇ ਸਿਨੋਨਿਮਸ ਨੇ, ਉਹ ਵੀ ਆਪਾਂ ਲਿੰਕ ਤੁਹਾਨੂੰ ਇੱਥੇ ਦੇ ਦਾਂਗੇ, ਉਹ ਤੁਸੀਂ ਦੇਖ ਲਿਓ। ਹੁਣ ਆਪਾਂ ਗੱਲ ਕਰਦੇ ਪਏ ਸੀਗੇ ਫੋਲੋਅਪਸ ਦੀ। ਫੋਲੋਅਪਸ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਜਿਹੜਾ ਆਪਣਾ ਕਿਊ ਕਾਰਡ ਹੁੰਦਾ ਹੈ, ਕਿਊ ਕਾਰਡ ਦਾ ਜਿਹੜਾ ਟੌਪਿਕ ਹੈ ਉਸੇ ਦੇ ਰਿਲੇਟਡ ਕੁਐਸਚਨਸ ਹੁੰਦੇ ਨੇ ਫੋਲੋਅਪਸ, ਤੇ ਜਿਹੜਾ ਤੁਸੀਂ ਆਨਸਰ ਕਰੋਗੇ ਉਹਦੇ ਵਿੱਚੋਂ ਹੀ ਉਹਨਾਂ ਨੇ ਕੁਐਸਚਨ ਪੁੱਛਣਾ। ਬੇਸਿਕਲੀ ਇਹ ਡਿਸਕਸ਼ਨ ਸੈਸ਼ਨ ਹੁੰਦਾ। ਹੁਣ ਕੁਐਸਚਨ ਆਉਂਦਾ ਹੈ ਵੀ ਇਹਦਾ ਆਨਸਰ ਆਪਾਂ ਵਧਾ ਚੜਾ ਕੇ ਦੇਣਾ ਜਾਂ ਘੱਟ ਦੇਣਾ। ਗਾਈਜ਼ ਇੱਥੇ ਇਹ ਇੱਕ ਪੁਆਇੰਟ ਆ, ਬਹੁਤ ਸਾਰੇ ਸਟੂਡੈਂਟਸ ਨੂੰ ਲੱਗਦਾ ਵੀ ਅਸੀਂ ਲੰਬਾ ਆਨਸਰ ਦੇਵਾਂਗੇ ਤਾਂ ਬੈਂਡ ਜ਼ਿਆਦਾ ਆਉਣਗੇ, ਬਟ ਇੱਦਾਂ ਨਹੀਂ ਹੈਗਾ। ਇਹਦੇ ਵਿੱਚ 2 ਫੈਕਟਰ ਨੇ। ਇੱਕ ਤਾਂ ਤੁਹਾਡੀ ਕੈਪੇਬਿਲਿਟੀ ਕੀ ਆ, ਸੈਕਿੰਡ ਤੁਹਾਨੂੰ ਕੀ ਉਸ ਟੌਪਿਕ ਬਾਰੇ ਪਤਾ ਹੈ ਜਾਂ ਨਹੀਂ। ਮੈਂ ਤੁਹਾਨੂੰ 2 ਚੀਜ਼ਾਂ ਸਮਝਾ ਦਿੰਦਾ। ਕੈਪੇਬਿਲਿਟੀ, ਜੇ ਤਾਂ ਤੁਹਾਡੀਆਂ ਹੈਗੀਆਂ ਨੇ ਗ੍ਰਾਮੈਟੀਕਲ ਮਿਸਟੇਕਸ, ਗ੍ਰਾਮਰ ਤੁਹਾਡੀ ਵੀਕ ਆ, ਪ੍ਰੋਨਾਂਸੀਏਸ਼ਨ ਵੀਕ ਹੈ, ਤਾਂ ਪੁਆਇੰਟ ਟੂ ਪੁਆਇੰਟ ਹੀ ਆਨਸਰ ਕਰੋ, ਤੁਹਾਡੇ ਬੈਂਡ ਨਹੀਂ ਘਟਣਗੇ। ਠੀਕ ਹੈ, ਜੇ ਤੁਹਾਡੇ ਓਵਰਆਲ ਮੈਂ ਤੁਹਾਨੂੰ ਇੱਕ ਮੋਟਾ ਜਿਹਾ ਵਿਊ ਦੇ ਦਿੰਦਾ ਵੀ ਜੇ ਕਲਾਸ ਦੇ ਵਿੱਚ 6 ਬੈਂਡ ਆ ਰਹੇ ਆ ਜਾਂ 6.5 ਆ ਰਹੇ ਆ, ਤਾਂ ਤੁਸੀਂ ਲੈਂਥੀ ਆਨਸਰ ਦੇ ਸਕਦੇ ਹੋ, ਕਿਉਂਕਿ 6.5 ਤਾਂ ਆਉਂਦੇ ਆ ਵੀ ਤੁਹਾਡੀਆਂ ਗ੍ਰਾਮੈਟੀਕਲ ਮਿਸਟੇਕਸ ਜ਼ਿਆਦਾ ਨਹੀਂ ਹੈਗੀਆਂ, ਪ੍ਰੋਨਾਂਸੀਏਸ਼ਨ ਠੀਕ ਆ। ਜੇ ਕਲਾਸ ਦੇ ਵਿੱਚ 5.5 ਜਾਂ 5 ਬੈਂਡ ਆ ਰਹੇ ਨੇ ਤਾਂ ਫੋਲੋਅਪਸ ਨੂੰ ਜ਼ਿਆਦਾ ਲੰਮਾ ਚੌੜਾ ਨਾ ਕਰੋ। ਠੀਕ ਹੈ, ਜਿੰਨਾ ਜ਼ਿਆਦਾ ਲੈਂਥੀ ਆਨਸਰ ਦੋਗੇ ਉਨੀਆਂ ਹੀ ਜ਼ਿਆਦਾ ਮਿਸਟੇਕਸ ਹੋਣਗੀਆਂ, ਉਨੇ ਬੈਂਡ ਡਿਡਕਟ ਹੋਈ ਜਾਣੇ ਨੇ। ਠੀਕ ਹੈ, ਸੋ ਇਹ ਰਿਕਮੈਂਡੇਸ਼ਨ ਹੈ ਵੀ ਜਿਨ੍ਹਾਂ ਦੇ ਕਲਾਸ ਦੇ ਵਿੱਚ 5 ਬੈਂਡ ਆਉਂਦੇ ਨੇ, ਪਹਿਲਾਂ ਆਪਣੀ ਗ੍ਰਾਮਰ ਠੀਕ ਕਰੋ, ਪ੍ਰੋਨਾਂਸੀਏਸ਼ਨ ਡਿਵੈਲਪ ਕਰੋ। ਜੇ 7 ਬੈਂਡ ਤੱਕ ਜਾਣਾ ਤਾਂ ਉਸ ਤੋਂ ਬਾਅਦ ਫੋਲੋਅਪਸ ਨੂੰ ਲੈਂਥੀ ਕਰਨਾ ਸਟਾਰਟ ਕਰੋ। ਠੀਕ ਹੈ, ਬਟ ਜਿੰਨੇ ਵੀ ਆਨਸਰ ਕਰਨੇ ਆ ਉਹਨਾਂ ਦਾ ਵਾਏ ਦਾ ਆਨਸਰ ਨਾਲ ਕਰਨਾ ਹੀ ਕਰਨਾ। ਤੇ ਇੱਕ ਹੋਰ ਗੱਲ ਆ ਵੀ ਜੇ ਕੁਐਸਚਨ ਤੁਹਾਨੂੰ ਜਿਵੇਂ ਤੁਸੀਂ ਕੋਈ ਆਨਸਰ ਕੀਤਾ ਉਸ ਤੋਂ ਬਾਅਦ ਐਗਜ਼ਾਮਨਰ ਵਾਈ ਪੁੱਛ ਰਿਹਾ, ਉਹਦੇ ਨਾਲ ਬੈਂਡ ਡਿਡਕਟ ਨਹੀਂ ਹੁੰਦੇ। ਠੀਕ ਹੈ, ਉਸ ਚੀਜ਼ ਨਾਲ ਬੈਂਡ ਨਹੀਂ ਡਿਡਕਟ ਹੁੰਦੇ। ਜੇ ਤੁਸੀਂ ਵਾਈ ਪੁੱਛ ਰਿਹਾ ਤਾਂ ਆਨਸਰ ਕਰਦੇ ਰਹੋ। ਠੀਕ ਹੈ, ਨਰਵਸ ਹੋਣ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ, ਕੌਨਫੀਡੈਂਸ ਨਾਲ ਤੁਸੀਂ ਅੱਧਾ ਬੈਂਡ ਆਪਣਾ ਵਧਾ ਸਕਦੇ ਹੋ।
ठीक है। सो गाइज इत्थे आपां एंड करते हैं इस वीडियो का। जे किसी को कोई होर डाउट है तो मैनू कमेंट करके जरूर दस्सिओ। जे तुसीं ऑनलाइन क्लासेस लेना चाहुंदे हो तो तुसीं मैनू व्हाट्सएप कर सकते हो एनी टाइम। एंड इफ यू हैव एनी क्वेरी यू कैन व्हाट्सएप मी, इंस्टाग्राम मी और मैसेज कर दो मैनू, आप हरेक कमेंट का रिप्लाई भी करीदा, ठीक है। नाउ हियर आई एंड अप विद दिस वीडियो। आई होप यू ऑल लाइक्ड इट एंड इट्स बेनिफिशियल। स्मैश द लाइक बटन। थैंक्स फॉर वॉचिंग।